ਸ਼ਹਿਦ ਤੇ ਖੰਡ ਦੀ ਵਿੱਚ ਵਲੇਟ ਕੇ ਜ਼ਹਿਰ ਦੀ ਗੋਲੀ ਦਿੱਤੀ ਜਾਵੇ। ਕਿਸਾਨੀ ਦਾ ਕਰਜ਼ਾ ਕਿਸੇ ਵੀ ਸਰਕਾਰ ਨੇ ਮਾਫ ਨਹੀਂ ਕੀਤਾ। ਇਹ ਆਮ ਲੋਕਾਂ ਨੂੰ ਮਾਰੇਗਾ, ਉਹਨਾਂ ਤੇ ਇਫੈਕਟ ਕਰੇ, ਇਕੱਲੇ ਕਿਸਾਨਾਂ ਨੂੰ ਨਹੀਂ, ਇਹ ਖੇਤ ਮਜ਼ਦੂਰਾਂ ਨੂੰ ਵੀ ਕਰੇਗਾ, ਛੋਟੇ ਖਪਤਕਾਰਾਂ ਨੂੰ ਵੀ ਕਰੇਗਾ, ਛੋਟੇ ਵਪਾਰੀਆਂ ਨੂੰ ਵੀ ਕਰੇਗਾ। ਜ਼ਬਾਨੀ ਤੇ ਸਾਰੇ ਕਹੀ ਜਾਂਦੇ ਦੱਸੋ ਜੀ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਤੇ ਫਿਰ ਪ੍ਰੈਕਟੀਕਲੀ ਨਹੀਂ ਕਰਦੇ। ਤੇ ਗੱਲ ਕਰੋ, ਗੱਲ ਪਾਰਲੀਮੈਂਟ 'ਚ ਹੋਣੀ, ਉਹਦੇ ਵਿੱਚ ਜਿੰਨਾ ਮੱਦਾਂ ਤੇ ਇਤਰਾਜ਼ ਹੈਗਾ ਉਹਨਾਂ ਤੇ ਡਿਸਕਸ਼ਨ ਕਰਕੇ ਉਹਨਾਂ ਨੂੰ ਬਦਲੋ। ਵੀ ਕੋਈ ਗੱਲ ਕਿਸੇ ਦੇ ਭਲੇ ਵਾਸਤੇ, ਜਿਹਦੇ ਭਲੇ ਵਾਸਤੇ ਕੀਤੀ ਜਾ ਰਹੀ ਹੈ, ਉਹੋ ਹੀ ਬੰਦਾ ਰੋ ਰਿਹਾ ਵੀ ਇਹ ਮੇਰੇ ਭਲੇ ਦੀ ਨਹੀਂ। ਤੇ ਇਹ ਲਿਖੋ ਵੀ MSP ਦੀ ਗਰੰਟੀ ਦਿਆਂਗੇ, ਜਿੱਦਾਂ ਪਹਿਲਾਂ ਸੀ ਪ੍ਰਬੰਧ ਥੋਪਿਆ ਜਾ ਰਿਹਾ, ਉਹਦਾ ਵਿਰੋਧ ਜ਼ਰੂਰੀ ਹੈ। ਇਸ ਬਿੱਲ ਦੇ ਬਾਅਦ ਹੋਰ ਵੀ ਬੜੀਆਂ ਗੱਲਾਂ ਕਰਨਗੇ ਇਸ ਤਰ੍ਹਾਂ ਦੀਆਂ, ਔਰ ਨੰਗੇ ਚਿੱਟੇ ਰੂਪ ਦੇ ਵਿੱਚ ਇਹ ਡਿਕਟੇਟਰਾਂ ਵਾਲੀਆਂ ਕਾਰਵਾਈਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ, ਜਿਹਦੀ ਸਭ ਤੋਂ ਵੱਡੀ ਮਿਸਾਲ ਸਾਡੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਰਾਜ ਸਭਾ ਦੇ ਵਿੱਚ ਬਿਨਾਂ ਵੋਟਾਂ ਕਰਾਇਆ ਬਿੱਲ ਪਾਸ ਕਰਦੇ। ਹੁਣ ਜਿਹੜੇ 5 ਏਕੜਾਂ ਵਾਲਾ 10 ਈਵਨ ਛੋਟਾ ਕਿਸਾਨ 10 ਏਕੜ ਵਾਲਾ ਵੀ, ਉਹ ਆਪਣੀ ਫਸਲ ਨੂੰ ਕਿੱਥੇ ਲੈ ਕੇ ਜਾਏਗਾ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਕਿਸਾਨ ਆਰਡੀਨੈਂਸ ਬਿੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਪਾਸ ਹੋ ਚੁੱਕਾ ਹੈ, ਸਿਰਫ ਰਾਸ਼ਟਰਪਤੀ ਜੀ ਦੇ ਸਾਈਨ ਹੋਣੇ ਬਾਕੀ ਹੈ, ਉਹਦੇ ਬਾਅਦ ਇਹ ਲਾਗੂ ਕਰ ਦਿੱਤਾ ਜਾਏਗਾ। ਉਸ ਨੂੰ ਰੋਕਣ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਹੋਰ ਵੀ ਸੰਸਥਾਵਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਸਾਨ ਜਥੇਬੰਦੀਆਂ ਵੱਲੋਂ 25 ਤਰੀਕ ਨੂੰ ਜੋ ਕਿ ਆ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ। ਅਸੀਂ ਗੱਲਬਾਤ ਕਰਨ ਆਏ ਆ ਗੁਰਮੀਤ ਸਿੰਘ ਜੀ ਨਾਲ, ਜੋ ਸੀਨੀਅਰ ਪੱਤਰਕਾਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ। ਸਵਾਗਤ ਜੀ। ਸਰ, ਕੀ ਕਹਿਣਾ ਚਾਹੁੰਦੇ ਹੋ ਇਹ ਬਿੱਲ ਦਾ ਕਰਕੇ? ਕਾਫੀ ਕਿਸਾਨ ਜਥੇਬੰਦੀਆਂ, ਹੁਣ ਤਾਂ ਲੀਡਰਸ਼ਿਪ ਵੀ ਕਾਫੀ ਵਿੱਚ ਆ ਚੁੱਕੀ ਹੈ ਕਿ ਆਪਣੇ PM ਜੀ ਦਾ ਕਹਿਣਾ ਹੈ ਕਿ ਇਹ ਜੋ ਬਿੱਲ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਹੈ, ਪਰ ਫਿਰ ਵੀ ਇੰਨੇ ਪ੍ਰਦਰਸ਼ਨ ਹੋ ਰਹੇ ਨੇ। ਦੇਖੋ, ਤੁਸੀਂ ਮੇਰੇ ਖਿਆਲ ਕਿ ਆਪਣੇ ਪੱਤਰਕਾਰੀ ਦੇ ਤਜਰਬੇ ਵਿੱਚ ਵੀ ਤੇ ਇਸ ਮਾਹੌਲ ਦੇ ਵਿੱਚ ਪਹਿਲੀ ਵਾਰੀ ਕਿਸੇ ਨੇ ਦੇਖਿਆ ਹੋਵੇਗਾ ਵੀ ਕੋਈ ਗੱਲ ਕਿਸੇ ਦੇ ਭਲੇ ਵਾਸਤੇ, ਜਿਹਦੇ ਭਲੇ ਵਾਸਤੇ ਕੀਤੀ ਜਾ ਰਹੀ ਹੈ, ਉਹੋ ਹੀ ਬੰਦਾ ਰੋ ਰਿਹਾ ਵੀ ਇਹ ਮੇਰੇ ਭਲੇ ਦੀ ਨਹੀਂ। ਇਹੋ ਹੀ ਹਾਲ ਇਸ ਬਿੱਲ ਦਾ। ਜੇ ਇਹ ਬਿੱਲ ਕਿਸਾਨਾਂ ਦੇ ਭਲੇ ਦਾ ਹੋਵੇ ਤੇ ਕਿਸਾਨ ਏਡੇ ਮੂਰਖ ਜਾਂ ਬੱਚੇ ਨਹੀਂ, ਉਹ ਰੋਣ ਕਰਲਾਉਣ, ਉਹ ਸਗੋਂ ਖੁਸ਼ ਹੋਣੇ ਚਾਹੀਦੇ ਨੇ ਕਿ ਸਰਕਾਰ ਸਾਡੀ ਭਲਾਈ ਰਹੀ, ਇੰਨਾ ਕੁਛ ਬਿੱਲ ਲਿਆ ਰਹੀ। ਗੱਲ ਕੀ ਹੈ? ਇਹ ਬਿੱਲ ਜੇ ਛੋਟੇ ਸ਼ਬਦਾਂ 'ਚ ਸਿੱਧਾ ਕਹਿਣਾ ਹੋਵੇ, ਇਹ ਕਿਸਾਨਾਂ ਨੂੰ ਸ਼ਹਿਦ ਤੇ ਖੰਡ ਦੀ ਵਿੱਚ ਵਲੇਟ ਕੇ ਜ਼ਹਿਰ ਦੀ ਗੋਲੀ ਦਿੱਤੀ ਜਾ ਰਹੀ ਹੈ। ਇਹ ਬਿੱਲ ਕਿਸਾਨ ਮਾਰੂਗਾ। ਜਿੱਥੇ ਇਹ ਕਿਸਾਨਾਂ ਨੂੰ ਵੱਡੇ ਇਜਾਰੇਦਾਰਾਂ ਦੇ ਰਹਿਮੋ ਕਰਮ ਤੇ ਲਿਆ ਆਵੇਗਾ, ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿਸਾਨੀ ਧੰਦੇ ਦੇ ਨਾਲ ਜੁੜੇ ਹੋਏ ਖੇਤ ਮਜ਼ਦੂਰ ਨੇ ਜਾਂ ਮੰਡੀਆਂ ਵਿੱਚ ਕੰਮ ਕਰਨ ਵਾਲੇ ਨੇ, ਈਵਨ ਛੋਟੇ ਆੜਤੀ, ਵੱਡੇ ਆੜਤੀ ਤਾਂ ਸ਼ਾਇਦ ਹੋ ਸਕਦਾ ਵੀ ਉੱਧਰਲੇ ਪਾਸੇ ਚਲੇ ਜਾਣ, ਪੱਲੇਦਾਰ, ਵੱਡੀ ਗਿਣਤੀ 'ਚ ਉਹਨਾਂ ਦੀ ਬੇਰੁਜ਼ਗਾਰੀ ਦਾ ਵੀ ਕਾਰਨ ਬਣ ਰਿਹਾ। ਕਿਉਂ ਕਿਸਾਨ ਸੜਕਾਂ 'ਤੇ ਆ ਗਏ ਨੇ? ਕਿਉਂ ਪਾਰਲੀਮੈਂਟ ਦੇ ਵਿੱਚ ਇਹਦੇ ਉੱਤੇ ਵਿਰੋਧੀ ਧਿਰ ਨੇ ਇੰਨਾ ਵਿਰੋਧ ਕੀਤਾ? ਈਵਨ ਪੰਜਾਬ ਦੇ ਵਿੱਚ ਇਹ ਬਿੱਲ ਨੂੰ ਰੱਦ ਕੀਤਾ ਜਾ ਰਿਹਾ। ਪੰਜਾਬ ਦੀ ਕੈਪਟਨ ਸਰਕਾਰ ਨੇ ਪਹਿਲਾਂ ਹੀ ਇਹਨੂੰ ਰੱਦ ਕੀਤਾ ਔਰ ਇਹਦੇ ਵਿਰੋਧ ਦਾ ਫੈਸਲਾ ਕੀਤਾ। ਈਵਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਇਹਦੇ ਹੱਕ ਦੇ ਵਿੱਚ ਦਿੱਤੇ ਜਾ ਰਹੇ ਸੀ, ਉਹਨਾਂ ਨੇ ਵੀ ਵਿਰੋਧ ਦੇ ਵਿੱਚ ਅਸਤੀਫੇ ਵੀ ਦਿੱਤੇ ਨੇ ਤੇ ਰਾਸ਼ਟਰਪਤੀ ਤੋਂ ਵੀ ਮਿਲੇ ਨੇ ਔਰ ਵੋਟ ਵੀ ਖਿਲਾਫ ਪਾਈ। ਇੱਕ ਵਿਆਪਕ ਰੋਹ ਦੇ ਬਾਵਜੂਦ ਸਰਕਾਰ ਬਜ਼ਿੱਦ, ਕਿਉਂਕਿ ਉਹਨਾਂ ਦੇ ਕੋਲ ਜਿਹੜੀ ਲੋਕ ਸਭਾ ਦੇ ਵਿੱਚ ਗਿਣਤੀ ਵੱਧ ਹੈ, ਉਹ ਇੱਕ ਡਿਕਟੇਟਰਾਨਾ ਤਰੀਕੇ ਨਾਲ ਆਪਣੀਆਂ ਉਹ ਪਾਲਿਸੀਆਂ ਨੂੰ ਲਾਗੂ ਕਰਵਾ ਰਹੇ ਨੇ ਜਿਹੜੀਆਂ ਇਸ ਦੇਸ਼ ਨੂੰ, ਜਮਹੂਰੀਅਤ ਨੂੰ ਖਤਮ ਕਰ ਰਹੀਆਂ ਨੇ ਔਰ ਆਪਣੀ ਮਨਮਰਜ਼ੀ ਦੇ ਨਾਲ ਇੱਕ ਕਾਰਪੋਰੇਟ ਜਿਹੜਾ ਘਰਾਣੇ ਨੇ, ਅੰਬਾਨੀ, ਅਡਾਨੀ ਤੇ ਹੋਰ ਇੱਦਾਂ ਦੇ, ਉਹਨਾਂ ਦੇ ਹਵਾਲੇ ਜਿੱਥੇ ਮੁਲਕ ਕੀਤਾ ਜਾ ਰਿਹਾ। ਸੰਚਾਰ ਸਾਧਨ ਸਾਰੇ, ਰੇਲਵੇ, ਏਅਰ ਇੰਡੀਆ, ਹੋਰ ਕੀ ਹੈ, ਇਹ ਸਾਰਾ ਪ੍ਰਾਈਵੇਟ ਇਜਾਰੇਦਾਰਾਂ ਨੂੰ ਦਿੱਤਾ ਜਾ ਰਿਹਾ। ਉਸੇ ਤਰ੍ਹਾਂ 'ਤੇ ਇਹ ਬਿੱਲ ਲਿਆ ਕੇ ਖੇਤੀ ਸੈਕਟਰ ਨੂੰ ਵੀ ਵੱਡੇ ਇਜਾਰੇਦਾਰਾਂ ਦੇ ਹਵਾਲੇ ਕੀਤਾ ਜਾ ਰਿਹਾ। ਜੇ ਇਹ ਕਿਸਾਨਾਂ ਦੇ ਹੱਕ ਵਿੱਚ ਜਾਣ ਵਾਲਾ ਬਿੱਲ ਹੋਵੇ ਤੇ ਇਹਦਾ ਵਿਰੋਧ ਕਿਉਂ ਹੋਵੇ, ਇਹ ਗੱਲ ਸੋਚਣ ਵਾਲੀ। ਦੂਜਾ, ਸਰਕਾਰ ਕਿਸ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਲਾਗੂ ਕਰਵਾਉਣ ਜਾ ਰਹੀ ਹੈ, ਉਹਦੀ ਮਿਸਾਲ ਤੁਹਾਡੇ ਸਾਹਮਣੇ ਕੱਲ੍ਹ ਜੋ ਕੁਛ ਰਾਜ ਸਭਾ 'ਚ ਹੋਇਆ। ਲੋਕ ਸਭਾ ਦੇ ਵਿੱਚ ਇਹਨਾਂ ਕੋਲ ਗਿਣਤੀ ਵੱਧ ਸੀ, ਕਰਵਾ ਲਿਆ। ਰਾਜ ਸਭਾ ਦੇ ਵਿੱਚ ਇਹਨਾਂ ਕੋਲ
ਉਹ ਗਿਣਤੀ ਨਹੀਂ ਸੀ, ਉੱਥੇ ਇਹਨਾਂ ਨੇ ਬਿਨਾਂ ਵੋਟ ਤੋਂ ਹੀ ਧੱਕੇ ਨਾਲ ਬਿੱਲ ਪਾਸ ਕਰਤਾ, ਜਿਹਦਾ ਬਹੁਤ ਵੱਡਾ ਵਿਰੋਧ ਵੀ ਹੋਇਆ, ਹੰਗਾਮਾ ਵੀ ਹੋਇਆ, ਵਿਰੋਧੀ ਧਿਰ ਨੇ ਵੈਲ 'ਚ ਜਾ ਕੇ ਪ੍ਰਦਰਸ਼ਨ ਵੀ ਕੀਤੇ। ਪਰ ਇਹ ਸਾਰੇ ਕੁਛ ਨੂੰ ਇਗਨੋਰ ਕਰਕੇ ਇਹਨਾਂ ਨੇ ਬਿੱਲ ਪਾਸ ਕਰਨ ਦੀ ਕਾਹਲੀ ਕੀਤੀ ਤੇ ਰਾਸ਼ਟਰਪਤੀ ਨੂੰ ਭੇਜ ਦਿੱਤਾ। ਜਦੋਂ ਹੁਣ ਰਾਸ਼ਟਰਪਤੀ ਦੀ ਮੋਹਰ ਲੱਗ ਜਾਏਗੀ ਇੱਥੇ ਤੇ ਇਹ ਕਾਨੂੰਨ ਬਣ ਜਾਏਗਾ। ਉੱਥੇ ਵੀ ਇਹ ਸਾਰੀਆਂ ਤਰ੍ਹਾਂ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਹੈ ਵੀ ਤੁਸੀਂ ਹੀ ਸੁਣ ਲਓ, ਵੀ ਕਿਰਪਾ ਕਰਕੇ ਇਹਦੇ 'ਤੇ ਦਸਤਖਤ ਨਾ ਕਰੋ, ਇਹਨੂੰ ਦੁਬਾਰਾ ਪਾਰਲੀਮੈਂਟ 'ਚ ਭੇਜੋ ਤਾਂ ਕਿ ਇਹਦੇ ਜਿਹੜੇ ਮੁੱਦਿਆਂ 'ਤੇ ਇਤਰਾਜ਼ ਨੇ, ਜਿਹਦੇ ਕਰਕੇ ਸਾਰੀ ਕਿਸਾਨੀ ਸੜਕਾਂ 'ਤੇ ਬੈਠੀ ਹੋਈ ਹੈ, ਉਹਨਾਂ 'ਤੇ ਵਿਚਾਰ ਕਰਕੇ ਇਹਨੂੰ ਸੋਧਿਆ ਜਾਵੇ। ਗੱਲ ਕੀ, ਬੜੀ ਸੰਘਰਸ਼ ਤੋਂ ਬਾਅਦ ਜਿਹੜੇ ਸਾਰਾ ਇਤਿਹਾਸ ਵੇਖੀਏ ਤੇ ਕਿਸਾਨਾਂ ਲਈ ਇੱਕ MSP ਦਾ ਕਾਨੂੰਨ ਬਣਿਆ ਸੀ ਕਿ ਘੱਟੋ ਘੱਟ ਕੀਮਤ ਦੇ ਉੱਤੇ ਫਸਲ ਦੀ ਗਰੰਟੀ ਸੀ। ਪਹਿਲੀ ਗੱਲ ਤੇ ਇਹ ਬਿੱਲ ਉਹ ਗਰੰਟੀ ਖਤਮ ਕਰ ਰਿਹਾ। ਦੂਜਾ ਇਹ ਹੈਗਾ ਵੀ ਕਾਰਪੋਰੇਟ ਸੈਕਟਰ ਕੋਲ ਅੱਗੇ ਇਹ ਖੁੱਲ੍ਹ ਨਹੀਂ ਸੀ ਵੀ ਉਹ ਜੋ ਮਰਜ਼ੀ ਸਟਾਕ ਕਰ ਲੈਣ, ਇਹ ਉਹ ਵੀ ਦੇ ਰਿਹਾ। ਹੋਰ ਇਸ ਤਰ੍ਹਾਂ ਦੀਆਂ ਮੁੱਦਿਆਂ 'ਚ ਬਹੁਤ ਨੇ ਜਿਹੜੀਆਂ ਆਮ ਲੋਕਾਂ ਦੀ, ਆਮ ਖਪਤਕਾਰ, ਛੋਟੀ ਕਿਸਾਨੀ, ਖੇਤ ਮਜ਼ਦੂਰ, ਇਹਨਾਂ ਦੇ ਬਹੁਤ ਵਿਰੋਧ। ਇਹ ਸਾਰੇ ਡਿਮਾਂਡ ਇਹੋ ਹੀ ਹੈ। ਜੇ ਇੱਕ ਮੈਂ ਨਿੱਕੀ ਜਿਹੀ ਗੱਲ ਕਰਨੀ ਹੋਵੇ, ਇਹ ਵਾਰ-ਵਾਰ ਕਹਿ ਰਹੇ ਨੇ ਜੀ ਉਹਦੇ ਵਿੱਚ MSP ਹੈਗਾ। ਭਾਈ ਇਹ ਉਹਦੇ ਨਾਲ ਇੱਕ ਲਾਈਨ ਤੁਸੀਂ ਕਿਉਂ ਨਹੀਂ ਐਡ ਕਰਦੇ ਵੀ ਉਹਦੀ ਗਰੰਟੀ ਹੈ। ਕਿਸਾਨ ਇਹ ਮੰਗ ਰਹੇ ਨੇ ਕਿ ਇਹ ਲਿਖੋ ਵੀ MSP ਦੀ ਗਰੰਟੀ ਦੇਵਾਂਗੇ, ਜਿੱਦਾਂ ਪਹਿਲਾਂ ਸੀ। ਉਹ ਨਹੀਂ ਕਰ ਰਹੇ। ਇੱਥੋਂ ਬਦਨੀਤੀ ਜ਼ਾਹਰ ਹੋ ਜਾਂਦੀ। ਹੁਣ ਕੀ ਹੋਏਗਾ, ਇਹਨਾਂ ਨੇ ਜਿਹੜਾ ਇੱਕ ਮੰਡੀਕਰਨ ਸਿਸਟਮ ਬਹੁਤ ਵਧੀਆ ਚੱਲ ਰਿਹਾ, ਜਿਸ 'ਚ ਕਿਸਾਨ ਆਪਣੀ ਫਸਲ ਵੇਚਦਾ, ਉਹਨੂੰ ਘੱਟੋ ਘੱਟ ਕੀਮਤ ਸਰਕਾਰ ਵੱਲੋਂ ਮਿੱਥੀ ਜਿਹੜੀ ਹੁੰਦੀ ਪਹਿਲਾਂ, ਉਹਦੀ ਗਰੰਟੀ ਉਹਨੂੰ ਮਿਲਦੀ ਹੈ, ਇਹ ਖਤਮ ਹੋ ਜਾਊਗੀ। ਬੇਸ਼ੱਕ ਇਹ ਇਤਿਹਾਸ ਹੈ ਸਾਡੇ ਸਾਹਮਣੇ ਕਾਰਪੋਰੇਟਾਂ ਦਾ, ਵੀ ਜਦੋਂ ਕਿਤੇ ਇਹਨਾਂ ਨੇ ਕਿਸੇ ਸੈਕਟਰ 'ਤੇ ਕਬਜ਼ਾ ਕਰਨਾ ਤੇ ਪਹਿਲਾਂ ਭਾਵੇਂ 1-2 ਸਾਲ ਪੱਲਿਓਂ ਵੀ ਇਹ ਖਰਚ ਲੈਣਗੇ। ਸੇਮ ਕਰ ਰਹੇ ਨੇ ਕਿ ਮੰਡੀਆਂ ਦੇ ਬਰਾਬਰ ਆਪਣੀਆਂ ਮੰਡੀਆਂ ਖੋਲ੍ਹਣਗੇ। ਕਿਸਾਨ ਨੂੰ ਹਾਲ ਦੀ ਘੜੀ ਸ਼ੁਰੂ 'ਚ ਉਸ ਮੰਡੀ ਤੋਂ ਵੱਧ ਕੀਮਤ ਦੇ ਆਪਣੇ ਵੱਲ ਖਿੱਚਣਗੇ। 1-2 ਸਾਲ ਇਹ ਸਿਲਸਿਲਾ ਚਲਾ ਕੇ ਇਹ ਮੰਡੀ ਸਿਸਟਮ ਖਤਮ ਕਰ ਦੇਣ। ਹੁਣ ਇਹਨਾਂ ਨੂੰ ਲਵਾਤਾ ਵੀ ਤੁਸੀਂ ਜੇ ਮੰਡੀ 'ਚ ਜਾਓਗੇ ਉੱਥੇ ਫੀਸ ਦੇਣੀ ਪੈਂਦੀ, ਮੰਡੀ ਦੀ ਨਹੀਂ। ਹਾਲਾਂਕਿ ਉਹ ਇੱਕ ਵੱਡਾ ਬਜਟ ਹੁੰਦਾ ਔਰ ਕਿਸਾਨਾਂ ਦੀ ਭਲਾਈ 'ਤੇ ਖਰਚ ਹੁੰਦਾ, ਉਹ ਖਤਮ ਹੋ ਜਾਏਗਾ ਜਿਹਦੇ ਨਾਲ ਸਰਕਾਰੀ ਮੰਡੀਆਂ ਚੱਲ ਰਹੀਆਂ ਨੇ। ਇਹਨਾਂ ਨੂੰ ਕਹਿ ਦਿੱਤਾ ਜੀ ਇੱਥੇ ਇਜਾਰੇਦਾਰ ਬਿਨਾਂ ਕੋਈ ਫੀਸ ਨਹੀਂ ਤੁਸੀਂ ਲਿਆ। ਤੀਜਾ ਕਿਸਾਨ ਨੂੰ ਇਹ ਕਹਿ ਦਿੱਤਾ ਜੀ ਤੁਸੀਂ ਜਿੱਥੇ ਮਰਜ਼ੀ ਆਪਣੀ ਫਸਲ ਵੇਚੋ। ਅਤੇ ਭਾਈ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਸੀਂ 5 ਏਕੜਾਂ ਵਾਲਾ 10 ਈਵਨ ਛੋਟਾ ਕਿਸਾਨ 10 ਏਕੜ ਵਾਲਾ ਵੀ ਉਹ ਆਪਣੀ ਫਸਲ ਨੂੰ ਕਿੱਥੇ ਲੈ ਕੇ ਜਾਏਗਾ? ਉਹ ਲੋਕਲ ਮੰਡੀ ਤੱਕ ਹੀ ਜਾਏਗਾ। ਤੁਸੀਂ ਉਹਨੂੰ ਕਹੋਗੇ ਨਹੀਂ ਬਈ ਇਹਦਾ ਕਲਕੱਤੇ ਭਾਅ ਤੈਨੂੰ ਬਹੁਤ ਮਿਲ ਜਾਣਾ, ਤੂੰ ਕਿੱਦਾਂ ਲੈ ਕੇ ਜਾਏਗਾ? ਸੋ ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨੇ, ਇਹ ਪ੍ਰੈਕਟੀਕਲ ਸੰਭਵ ਹੀ ਨਹੀਂ ਹੋਣਾ ਛੋਟੇ ਕਿਸਾਨ ਨੂੰ ਕਿ ਉਹ ਆਪਣੀ ਫਸਲ ਕਿੱਥੇ ਜਾਏਗਾ। ਇਹਨਾਂ ਦੇ ਇਸ ਬਿੱਲ ਦੇ ਆਉਣ ਤੋਂ ਬਾਅਦ ਇਹ ਜਿਹੜਾ ਕਿਸਾਨ ਹੈ, ਖਾਸ ਕਰਕੇ ਛੋਟਾ ਕਿਸਾਨ ਹੈ, ਵੱਡੇ ਵੀ ਸਾਰੇ, ਉਹ ਇਹਨਾਂ ਕਾਰਪੋਰੇਟ ਜਿਹੜੀ ਸੈਕਟਰ ਹੈਗਾ, ਜਿਹੜੇ ਇਹਨਾਂ ਦੀਆਂ ਕੰਪਨੀਆਂ ਬਣਾਉਣਗੇ, ਉਹਨਾਂ ਦੇ ਰਹਿਮੋ ਕਰਮ 'ਤੇ ਹੋ ਜਾਏਗਾ। ਉਹ ਆਪਣੀ ਮਨਮਰਜ਼ੀ ਦੇ ਭਾਅ 'ਤੇ ਇਹਨਾਂ ਕੋਲੋਂ ਖਰੀਦਣਗੇ ਔਰ ਆਪਣੀ ਮਨਮਰਜ਼ੀ ਨਾਲ ਹੀ ਫਸਲਾਂ ਦੀ ਬਿਜਾਈ ਵੀ ਕਰਾਉਣਗੇ। ਇਹਦੇ ਨਾਲ ਕਿਸਾਨ ਜਿਹੜਾ ਹੈ ਉਹ ਆਪਣੀ ਜ਼ਮੀਨ ਦਾ ਮਾਲਕ ਹੁੰਦਿਆਂ ਹੋਇਆਂ ਵੀ ਇੱਕ ਕਾਰਪੋਰੇਟਾਂ ਦਾ ਕਾਮਾ ਬਣ ਜਾਏਗਾ, ਜਿਹਨੂੰ ਕੋਈ ਗਰੰਟੀ ਨਹੀਂ ਹੈਗੀ। ਹੁਣ ਫਾਰ ਐਗਜ਼ਾਮਪਲ ਕੋਈ ਪੰਜਾਬ ਦਾ ਕਿਸਾਨ ਕੋਈ ਆਪਣੀ ਫਸਲ ਕਿਸੇ ਤਰੀਕੇ ਨਾਲ ਵੀ ਉਹਨੂੰ ਇਸ ਲਾਲਚ ਵਿੱਚ ਵੀ ਮੈਨੂੰ ਇਹਦਾ ਗੁਜਰਾਤ 'ਚ ਭਾਅ ਬਹੁਤ ਵਧੀਆ ਮਿਲਣਾ ਉੱਥੇ ਮੇਰੀ ਫਸਲ ਦਾ, ਉਹ ਕਿੰਨਾ ਖਰਚ ਹੋਏਗਾ ਨਹੀਂ ਚਲ ਜਾਣ ਨੂੰ ਉੱਥੇ। ਜਦੋਂ ਉੱਥੇ ਲੈ ਜਾਏਗਾ ਅਤੇ ਜਿਹੜੇ ਉਸ ਵਪਾਰੀ ਨੂੰ ਪਤਾ ਵੀ ਪੰਜਾਬ 'ਚ ਲੈ ਕੇ ਆਇਆ, ਉਹ ਕਹੇਗਾ ਭਾਈ ਵੀ ਤੇਰੀ ਫਸਲ ਮਾੜੀ ਹੈਗੀ, ਚਾਹ ਫਲਾਂ ਨੁਕਸ ਕੱਢੇਗਾ ਵੀ ਮੈਂ ਤਾਂ ਇੰਨੇ ਕੁ ਨੂੰ ਲੈਣੀ, ਦੇਣੀ ਦੇ ਜਾ, ਨਹੀਂ ਤੇ ਲੈ ਜਾ ਵਾਪਸ। ਉਹ ਸੱਪ ਦੇ ਮੂੰਹ 'ਚ ਕੋਟ ਕਰ ਲਿਆ ਕਿ ਨਾ ਉਹ ਵਾਪਸ ਲਿਆਉਣ ਜੋਗਾ, ਨਹੀਂ ਤਾਂ ਕਹੇਗਾ ਛੱਡ ਲੈ ਜਾ ਭਾਈ। ਦੂਜਾ ਜੋ ਭਾਅ ਦੇਣਗੇ ਉਹ ਉੱਤੇ ਖਰੀਦੇਗਾ। ਕਹਿਣ ਦੀਆਂ ਗੱਲਾਂ। ਹੁਣ ਇਹਦੀ ਐਗਜ਼ਾਮਪਲ ਸਾਡੇ ਸਾਹਮਣੇ ਹੈਗੀ ਇਸ ਵੇਲੇ ਵੀ। ਨਰਮੇ ਦਾ MSP ਜਿਹੜਾ ਹੈਗਾ 5700 ਰੁਪਈਆ 5500 ਰੁਪਈਆ ਕੁਇੰਟਲ ਮਿੱਥਿਆ ਹੋਇਆ। ਇਸ ਵੇਲੇ ਨਰਮਾ ਮਾਲਵੇ ਦੀਆਂ ਮੰਡੀਆਂ 'ਚ ਆ ਰਿਹਾ। ਇਹ MSP ਹੈ ਜਿਹੜਾ ਮਿੱਥਿਆ ਹੋਇਆ, ਪਰ ਹਕੀਕਤ ਵਿੱਚ ਉੱਥੇ 4000 ਤੋਂ ਲੈ ਕੇ 4500 ਰੁਪਏ ਤੱਕ ਖਰੀਦਿਆ ਜਾ ਰਿਹਾ। ਇਹ ਮੈਂ ਕੱਲ੍ਹ ਦੀਆਂ ਰਿਪੋਰਟਾਂ ਦੇਖੀਆਂ ਸਾਰੀਆਂ। ਕਿਸਾਨ ਅਧਿਕਾਰੀਆਂ ਦੇ ਕੋਲ
ਮੈਮੋਰੈਂਡਮ ਦੇ ਮੰਗ ਕਰ ਰਹੇ ਨੇ ਵੀ ਤੁਸੀਂ ਇਹ ਕਿਉਂ ਲੁੱਟ ਕਰ ਰਹੇ ਹੋ। 1500 ਰੁਪਈਆ 1200 ਰੁਪਈਆ ਪਰ ਕੁਇੰਟਲ ਕਿਸਾਨ ਨੂੰ ਘੱਟ ਦਿੱਤਾ ਜਾ ਰਿਹਾ। ਇਹ ਜਦੋਂ ਇਹਨਾਂ ਦੇ ਹੱਥ ਆ ਜਾਊਗਾ, ਇਹ ਗਾਂ ਸਰਕਾਰ ਨੂੰ ਜਾਂ ਉੱਥੇ 5700 ਵਿੱਚ ਕਿਸਾਨ ਦਾ 1500 ਰੁਪਈਆ ਮਾਰ ਲੈਣ। ਇਹ ਸਿਸਟਮ ਜੇ ਹੁਣ ਵੀ ਕਰ ਰਿਹਾ, ਤੇ ਜਦੋਂ ਇਹ ਬਿੱਲ ਦੇ ਵਿੱਚ MSP ਦੀ ਗਰੰਟੀ ਖਤਮ ਹੋ ਜਾਊਗੀ ਤੇ ਇਹ ਖੁੱਲੀ ਖੇਡ ਉਹਨਾਂ ਲਈ ਹੋ ਜਾਊਗੀ ਵੀ ਜੋ ਮਰਜ਼ੀ ਕਰ। ਸੋ ਇਸ ਕਰਕੇ ਇਹਦਾ ਵਿਰੋਧ ਜ਼ਰੂਰੀ ਹੈ। ਔਰ ਇੱਕ ਚੰਗੀ ਗੱਲ ਹੈ ਵੀ ਕਿਸਾਨਾਂ ਦੇ ਨਾਲ ਜਿਹੜੀਆਂ ਰਾਜਸੀ ਪਾਰਟੀਆਂ ਨੇ, ਜਿਹੜੀਆਂ ਇਸ ਮੁਲਕ ਦੇ ਵਿੱਚ ਇੱਕ ਜਮਹੂਰੀਅਤ ਦੀਆਂ ਲੰਬਰਦਾਰ ਨੇ, ਧਰਮ ਨਿਰਪੱਖਤਾ ਦੀਆਂ ਲੰਬਰਦਾਰ ਨੇ, ਉਹ ਵੀ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਦੀ ਹਮਾਇਤ ਨੇ। ਸਾਰੇ ਹੋਰ ਜਿਹੜੇ ਧਿਰਾਂ ਨੇ ਜਿਹੜੀਆਂ ਇਸ ਦੇਸ਼ ਵਿੱਚ ਇੱਕ ਜਮਹੂਰੀਅਤ ਪਸੰਦ ਨੇ, ਇਹ ਬਿੱਲ ਦੇ ਖਿਲਾਫ ਨੇ। ਔਰ ਇਹ ਬਿੱਲ ਦੇ ਆੜ ਵਿੱਚ ਜਿਸ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਇਹ ਮੋਦੀ ਸਰਕਾਰ ਵੱਲੋਂ ਇੱਕ ਡਿਕਟੇਟਰਾਨਾ ਪ੍ਰਬੰਧ ਥੋਪਿਆ ਜਾ ਰਿਹਾ, ਉਹਦਾ ਵਿਰੋਧ ਜ਼ਰੂਰੀ ਹੈ। ਇਸ ਬਿੱਲ ਦੇ ਬਾਅਦ ਹੋਰ ਵੀ ਬੜੀਆਂ ਗੱਲਾਂ ਕਰਨਗੇ ਇਸ ਤਰ੍ਹਾਂ ਦੀਆਂ, ਔਰ ਨੰਗੇ ਚਿੱਟੇ ਰੂਪ ਦੇ ਵਿੱਚ ਇਹ ਡਿਕਟੇਟਰਾਂ ਵਾਲੀਆਂ ਕਾਰਵਾਈਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ, ਜਿਹਦੀ ਸਭ ਤੋਂ ਵੱਡੀ ਮਿਸਾਲ ਸਾਡੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਰਾਜ ਸਭਾ ਦੇ ਵਿੱਚ ਬਿਨਾਂ ਵੋਟਾਂ ਕਰਾਇਆ ਬਿੱਲ ਪਾਸ ਕਰਦੇ। ਹੁਣ ਜਿਹੜੇ ਵੈਲ 'ਚ ਗਏ ਨੇ ਮੈਂਬਰ, ਜਾਂ ਉਹਨਾਂ ਨੇ ਉਸ ਵੇਲੇ ਸਪੀਕਰ ਦੇ ਨਾਲ ਕੋਈ ਕੀਤੀ ਵੀ ਗੜਬੜ, ਉਹ ਕੀ ਡਿਮਾਂਡ ਸੀ ਉਹਨਾਂ ਦੀ ਵੀ ਭਾਈ ਇਹ ਵੋਟਾਂ ਪਾਓ, ਵੋਟਾਂ ਦੱਸੋ ਹੱਕ 'ਚ ਕਿੰਨੀਆਂ ਨੇ ਅਤੇ ਵਿਰੋਧ 'ਚ ਕਿੰਨੀਆਂ ਨੇ। ਅਤੇ ਜਮਹੂਰੀਅਤ ਇਹੋ ਹੀ ਹੁੰਦੀ ਹੈ। ਇਹ ਸਿਲਸਿਲਾ ਹੈਗਾ ਵੀ ਇੱਕ ਵੀ ਮੈਂਬਰ ਮੰਗ ਕਰ ਦੇਵੇ ਵੋਟਾਂ ਦੀ ਤਾਂ ਕਰਾਉਣੀ ਪੈਂਦੀ ਹੈ। ਇਹ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ। ਕੋਈ ਇਸ ਤਰ੍ਹਾਂ ਦਾ ਸਪੀਕਰ ਨਹੀਂ ਕਰ ਸਕਦਾ, ਸਪੀਕਰ ਕੋਲ ਕੋਈ ਪਾਵਰ ਨਹੀਂ ਉਹ ਕਹੇ ਕਿ ਨਹੀਂ ਮੈਂ ਵੋਟਾਂ ਨਹੀਂ ਇਹ ਪਾਸ ਹੈ। ਵੀ ਤੁਸੀਂ ਦੱਸੋ ਉੱਥੇ ਮੈਂਬਰ ਬੈਠੇ ਨੇ ਵੀ ਇਹਦੇ ਹੱਕ 'ਚ ਕਿੰਨੇ ਨੇ, ਵਿਰੋਧ 'ਚ ਕਿੰਨੇ ਨੇ। ਇਹਨਾਂ ਨੂੰ ਪਤਾ ਸੀ ਕਿ ਇਹ ਨਹੀਂ ਪਾਸ ਹੋਣਾ, ਉਹ ਠੀਕ ਹੈ ਜੀ ਪਾਸ ਦੇ ਰੌਲਾ ਪਾ ਕੇ ਹੋ ਗਿਆ, ਪਾਸ ਕਰਤਾ, ਪਾਸ ਕਰਕੇ ਰਾਸ਼ਟਰਪਤੀ ਨੇ ਦੇ ਦਿੱਤਾ। ਇਸੇ ਕਰਕੇ ਸਾਰੀਆਂ ਉਹ ਵਿਰੋਧੀ ਧਿਰਾਂ ਦੇ ਹੁਣ ਰਾਸ਼ਟਰਪਤੀ ਅਖੀਰ ਚਾਰਾ ਰਹਿ ਗਿਆ ਉਹਨਾਂ ਕੋਲ। ਇੱਕ ਤਾਂ ਐਜੀਟੇਸ਼ਨ ਜਿਹੜੀ ਕਰ ਰਹੇ ਨੇ, ਬੰਦ ਦੀ ਕਾਲ ਹੋ ਗਈ, ਸੜਕਾਂ 'ਤੇ ਬਹਿਣਗੇ, ਆਹ ਕੁਛ ਹੋਊਗਾ। ਤੀਜਾ ਰਾਸ਼ਟਰਪਤੀ ਦੇ ਕੋਲ ਉਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਹੈ ਵੀ ਤੁਸੀਂ ਉਹ ਮੌਕਾ ਦੀ ਨਜਾਕਤ ਨੂੰ ਦੇਖੋ ਵੀ ਜੋ ਇਸ ਤਰੀਕੇ ਨਾਲ ਹੋ ਰਿਹਾ ਇਹ 'ਤੇ ਦਸਤਖਤ ਨਾ ਕਰੋ, ਇਹਨੂੰ ਮੁੜ ਕੇ ਪਾਰਲੀਮੈਂਟ 'ਚ ਭੇਜੋ। ਇਹਦੇ 'ਤੇ ਜਿੰਨਾ ਗੱਲਾਂ ਦਾ ਇਤਰਾਜ਼ ਹੈ ਸਾਰਿਆਂ ਨੂੰ, ਹੁਣ ਜ਼ਬਾਨੀ ਤਾਂ ਸਾਰੇ ਕਹੀ ਜਾਂਦੇ ਦੱਸੋ ਜੀ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਤਾਂ ਫਿਰ ਪ੍ਰੈਕਟੀਕਲੀ ਨਹੀਂ ਕਰਦੇ। ਫਿਰ ਗੱਲ ਕਰੋ, ਗੱਲ ਪਾਰਲੀਮੈਂਟ 'ਚ ਹੋਣੀ, ਉਹਦੇ ਵਿੱਚ ਜਿੰਨਾ ਮੱਦਾਂ 'ਤੇ ਇਤਰਾਜ਼ ਹੈਗਾ ਉਹਨਾਂ 'ਤੇ ਡਿਸਕਸ਼ਨ ਕਰਕੇ ਉਹਨਾਂ ਨੂੰ ਬਦਲੋ। ਔਰ MSP ਦੀ ਗਰੰਟੀ ਦਿਓ। ਕਿਸਾਨ ਨਾ ਤਾਂ ਐਡੇ ਮੂਰਖ ਨੇ ਅਤੇ ਨਾ ਹੀ ਨਿਆਣੇ ਨੇ ਵੀ ਤੁਸੀਂ ਕਹਿ ਰਹੇ ਹੋ ਤੁਹਾਡੇ ਭਲੇ ਦਾ ਅਤੇ ਉਹਨੂੰ ਐਕਸੈਪਟ ਨਾ ਕਰਨ। ਜੇ ਭਲੇ ਦਾ ਹੋਵੇ ਤਾਂ ਜ਼ਰੂਰ ਮੰਨਣਗੇ। ਭਲਾ ਕਰੋ, ਪ੍ਰੈਕਟੀਕਲੀ ਕਰੋ, ਕਰਨਾ ਚਾਹੀਦਾ। ਇਹ ਭਲੇ ਦੇ ਨਾਂ ਦੇ ਉੱਤੇ ਕਿਸਾਨੀ ਨੂੰ ਖਤਮ ਕਰਨ ਵਾਲਾ ਬਿੱਲ ਹੈ, ਉਹਨਾਂ ਨੂੰ ਕਾਰਪੋਰੇਟ ਦੇ ਰਹਿਮੋ ਕਰਮ 'ਤੇ ਛੱਡਣ ਵਾਲਾ ਬਿੱਲ। ਇੱਕ ਚੀਜ਼ ਇਹ ਵੀ ਹੈਗੀ ਆ ਕਿ ਜਦੋਂ ਸੈਂਟਰ ਦੇ ਵਿੱਚ BJP ਸਰਕਾਰ ਬਣਨੀ ਸੀਗੀ, ਉਸ ਤੋਂ ਪਹਿਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਕਿਹਾ ਗਿਆ ਸੀ ਜਿਸ ਟਾਈਮ ਮੇਰੀ ਸਰਕਾਰ ਬਣੂਗੀ ਸਭ ਤੋਂ ਪਹਿਲੇ ਮੈਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗਾ। ਪੰਜਾਬ ਦੇ ਵਿੱਚ ਵੀ ਇਹੀ ਚੀਜ਼ ਹੋਈ, ਕਿਸਾਨਾਂ ਵੱਲੋਂ ਵੋਟਾਂ ਲੈ ਕੇ ਆਪਣੀਆਂ ਸੀਟਾਂ ਤੱਕ ਪਹੁੰਚ ਜਾਂਦੇ ਨੇ, ਐਂਡ 'ਤੇ ਕਿਸਾਨਾਂ ਨੂੰ ਭੁੱਲ ਜਾਂਦੇ ਨੇ। ਉਹਨਾਂ ਦਾ ਜੋ ਕਰਜ਼ਾ ਹੱਲੇ ਉੱਦਾਂ ਦਾ ਉੱਦਾਂ ਹੀ ਖੜਾ ਆ, ਅਤੇ ਇਸੇ ਕਰਕੇ ਕਿਸਾਨ ਸੁਸਾਈਡ ਕਰ ਰਹੇ ਨੇ। ਉਹਦੇ ਬਾਅਦ MSP UP ਬਿਹਾਰ ਦੇ ਵਿੱਚ ਨਹੀਂ ਆ, ਸਭ ਤੋਂ ਵੱਡੀਆਂ ਸਟੇਟਾਂ ਉੱਥੇ ਨੇ, ਤਦੀ ਉੱਥੇ ਦੇ ਲੋਕ ਇੱਥੇ ਪੰਜਾਬ ਦੇ ਵਿੱਚ ਆਣ ਕੇ ਦਿਹਾੜੀਆਂ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਜੇ ਇੱਥੇ ਵੀ ਇਹੀ ਚੀਜ਼ ਲਾਗੂ ਹੋ ਗਈ, ਪੰਜਾਬ ਦੇ ਕਿਸਾਨ ਲੋਕ ਕਿੱਥੇ ਜਾਣਗੇ? ਦੇਖੋ ਇਤਿਹਾਸ ਗਵਾਹ ਹੈਗਾ, ਕਿਸਾਨੀ ਦਾ ਕਰਜ਼ਾ ਕਿਸੇ ਵੀ ਸਰਕਾਰ ਨੇ ਮਾਫ ਨਹੀਂ ਕੀਤਾ। ਇਹ ਸਾਰਾ ਕੁਝ ਹਕੀਕਤ ਹੈ। ਦੂਜੇ ਪਾਸੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੰਡਸਟਰੀਅਲਿਸਟ ਜਿਹੜੇ ਨੇ ਜਾਂ ਵੱਡੇ ਸਰਮਾਏਦਾਰ ਨੇ, ਕੋਈ ਪੈਸੇ ਖਾ ਕੇ ਬਾਹਰ ਦੌੜ ਗਿਆ, ਕੋਈ ਇੱਧਰ ਚਲਾ ਗਿਆ, ਕੋਈ ਉੱਧਰ ਚਲਾ ਗਿਆ, ਉਹ ਇਹ ਸਾਰੇ ਸਿਲਸਿਲੇ ਉਹਨਾਂ ਦਾ ਕੋਈ ਐਕਸ਼ਨ ਨਹੀਂ। ਜੇ ਤੁਸੀਂ ਬੈਂਕਾਂ ਦਾ NPA ਦੇਖੋ ਤੇ ਬਹੁਤ ਵੱਡੀ ਅਮਾਊਂਟ ਉਸ NPA ਦੀ ਇੰਨਾ ਵੱਡੇ ਸਰਮਾਏਦਾਰਾਂ ਵੱਲ ਹੈ ਜਿਨ੍ਹਾਂ 'ਤੇ ਕੋਈ ਐਕਸ਼ਨ ਨਹੀਂ ਹੁੰਦਾ। ਫਿਰ ਉਹਨਾਂ ਨੂੰ ਵੱਡੀਆਂ ਰਿਆਇਤਾਂ ਦਿੰਦੀਆਂ ਨੇ, ਵੱਡੇ ਤੌਰ 'ਤੇ ਉਹ ਕਰਜ਼ੇ ਉਹਨਾਂ ਦੇ ਮਾਫ ਹੁੰਦੇ ਨੇ। ਕਿਸਾਨੀ ਦਾ ਕਰਜ਼ਾ ਕਦੀ ਵੀ ਨਹੀਂ ਮਾਫ ਹੋਇਆ। ਇਹਦੇ ਵਿੱਚ ਜੇ ਪਿੱਛੇ ਜੇ ਇੱਕ ਡਰਾਮਾ ਹੋਇਆ ਸੀ, ਉਹਦੇ ਵਿੱਚ ਵੀ ਵੱਡੇ ਘਪਲੇ ਹੋਏ ਨੇ। ਆਮ ਕਿਸਾਨ ਨੂੰ ਕੋਈ ਰਾਹਤ ਉਹ 'ਚ ਨਹੀਂ ਮਿਲੀ। ਤੁਸੀਂ ਕਿਸਾਨ ਕੋਈ ਚਾਅ ਨਾਲ ਖੁਦਕੁਸ਼ੀਆਂ ਕਰ ਰਹੇ, ਕਿੰਨੀਆਂ ਖੁਦਕੁਸ਼ੀਆਂ ਹੋਈਆਂ ਨੇ। ਔਰ
ਲਗਾਤਾਰ ਉਹ 'ਚ ਵਾਧਾ ਹੋ ਰਿਹਾ, ਉਹਨੂੰ ਸਰਕਾਰੀ ਤੌਰ 'ਤੇ ਵੀ ਜਿਹੜੇ ਬੈਂਕਾਂ ਦੇ ਕਰਜ਼ੇ ਨੇ ਤੰਗ ਕੀਤਾ ਜਾਂਦਾ, ਪ੍ਰਾਈਵੇਟਲੀ ਵੀ। ਅਖੀਰ ਜਿਹੜਾ ਬੰਦਾ ਦੁਖੀ ਹੋਇਆ ਆਪਣੀ ਜਾਨ ਦੇ ਰਿਹਾ। ਇਹ ਨੌਬਤ ਕਿਉਂ ਆ ਰਹੀ ਹੈ, ਇਹਨੂੰ ਸਮਝਣ ਦੀ ਜਿਹੜੀ ਵੱਡੀ ਲੋੜ ਆ। ਔਰ ਇਹਦੇ ਵਿੱਚ ਜਿਹੜੀਆਂ ਸਾਡੇ ਆਰਥਿਕ ਮਾਹਰ ਨੇ, ਕਿਸਾਨੀ ਨਾਲ ਜੁੜੀਆਂ ਜਿਹੜੀਆਂ ਖੋਜਕਾਰ ਨੇ, ਖੇਤੀ ਮਾਹਰ ਨੇ, ਉਹਨਾਂ ਨੇ ਬੜਾ ਕੁਛ ਕਿਸਾਨਾਂ ਬਾਰੇ ਦੱਸਿਆ। ਉਹ ਰਿਪੋਰਟਾਂ ਵੀ ਹੈਗੀਆਂ ਨੇ, ਪਰ ਕਿਸੇ ਚਾਹੇ ਕੇਂਦਰ ਦੀ ਸਰਕਾਰ ਹੈਗੀ, ਚਾਹੇ ਸੂਬਿਆਂ ਦੀ ਨੇ, ਕਿਸੇ ਨੇ ਲਾਗੂ ਨਹੀਂ ਕੀਤਾ ਉਹਨਾਂ 'ਤੇ। ਹੁਣ ਜਿਹੜਾ ਇਹਨਾਂ ਨੇ ਜਿਹੜਾ ਇਹਦੀ ਪਹਿਲਾਂ ਤਾਂ ਇਹਦੀ ਲੋੜ ਨਹੀਂ ਸੀ ਇਸ ਕਾਨੂੰਨ ਦੀ। ਜੋ ਦੇਸ਼ ਦੇ ਵਿੱਚ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ, ਬੜੀ ਵੱਡੀ ਇੱਕ ਮਹਾਂਮਾਰੀ ਨਾਲ ਦੇਸ਼ ਨਹੀਂ ਪੂਰੀ ਦੁਨੀਆ ਜੂਝ ਰਹੀ ਹੈ। ਹਿੰਦੁਸਤਾਨ ਦੇ ਵਿੱਚ ਵੀ ਸਥਿਤੀ ਲਗਾਤਾਰ ਤੁਸੀਂ ਦੇਖ ਰਹੇ ਹੋ, ਡੇਲੀ ਨੰਬਰ ਆਫ ਜਿਹੜੀਆਂ ਕੇਸਿਸ ਨੇ ਵੱਧ ਰਹੇ ਨੇ, ਠੀਕ ਹੋਣ ਵਾਲੇ ਨੇ। ਇਹ ਪਹਿਲਾਂ ਤਾਂ ਇਸ ਵੇਲੇ ਦੇਸ਼ ਇਹ ਨਾਲ ਲੜ ਰਿਹਾ ਇਸ ਫਰੰਟ 'ਤੇ। ਇਸ ਵੇਲੇ ਇਹੋ ਜਿਹਾ ਇੱਕ ਬਿੱਲ ਲਿਆਉਣਾ ਨੂੰ ਇਹ ਸਰਕਾਰ ਦੀ ਬਦਨੀਤੀ ਨੂੰ ਜ਼ਾਹਰ ਕਰਦਾ, ਕਿਉਂਕਿ ਮੌਕਾ ਜੋ ਉਹਨਾਂ ਨੇ ਚੁਣਿਆ ਅਤੇ ਜਿਸ ਤਰੀਕੇ ਦੇ ਨਾਲ ਉਹ ਆਪਣੀ ਮਨਸ਼ਾ ਪੂਰੀ ਕੀਤੀ ਉਹਨਾਂ ਨੇ। ਹੁਣ ਜੇ ਕੱਲ੍ਹ ਰਾਸ਼ਟਰਪਤੀ ਦਸਤਖਤ ਕਰ ਦਿੰਦਾ ਤਾਂ ਕਾਨੂੰਨ ਬਣ ਗਿਆ। ਔਰ ਇਹਨਾਂ ਦੀਆਂ ਜਿਹੜੀਆਂ ਸਟੇਟਾਂ ਨੇ ਉਹ ਉਹਨੂੰ ਲਾਗੂ ਵੀ ਕਰਨਗੀਆਂ, ਇਹ ਧੱਕੇ ਨਾਲ ਵੀ ਕਰਨਗੇ। ਬੇਸ਼ੱਕ ਜਿਹੜੀਆਂ ਪੰਜਾਬ ਸਰਕਾਰ ਨੇ ਇਹ ਐਲਾਨ ਕਰ ਦਿੱਤਾ, ਇਹਨਾਂ ਨੇ ਪਹਿਲਾਂ ਵੀ ਉਹਦਾ ਵਿਰੋਧ ਕੀਤਾ ਸੀ, ਔਰ ਹੁਣ ਵੀ ਐਲਾਨ ਹੋ ਗਿਆ ਵੀ ਅਸੀਂ ਇਹਨੂੰ ਪੰਜਾਬ 'ਚ ਰੱਦ ਕਰਾਂਗੇ, ਅਸੀਂ ਨਹੀਂ ਲਾਗੂ ਕਰਾਂਗੇ। ਔਰ ਦੇਖੋ, ਸਮੁੱਚੇ ਦੇਸ਼ ਦੇ ਵਿੱਚ ਇੱਕ ਸੁਰ ਜਦੋਂ ਇਹ ਵਿਰੋਧ ਹੋ ਰਿਹਾ, ਇਹ ਇਕੱਲਾ ਪੰਜਾਬ 'ਚ ਨਹੀਂ ਹੋ ਰਿਹਾ, ਸਮੁੱਚੇ ਦੇਸ਼ 'ਚ ਹੋ ਰਿਹਾ, ਅਤੇ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ। ਇਹੋ ਜਿਹੀਆਂ ਡਿਕਟੇਟਰਾਨਾ ਜਿਹੜੀਆਂ ਕਾਰਵਾਈਆਂ ਧੱਕੇ ਨਾਲ ਨਹੀਂ ਕਰਨੀਆਂ ਚਾਹੀਦੀਆਂ। ਇਹ ਆਮ ਲੋਕਾਂ ਨੂੰ ਮਾਰੇਗਾ, ਉਹਨਾਂ 'ਤੇ ਇਫੈਕਟ ਕਰੇ। ਇਕੱਲੇ ਕਿਸਾਨਾਂ ਨੂੰ ਨਹੀਂ, ਇਹ ਖੇਤ ਮਜ਼ਦੂਰਾਂ ਨੂੰ ਵੀ ਕਰੇਗਾ, ਛੋਟੇ ਖਪਤਕਾਰਾਂ ਨੂੰ ਵੀ ਕਰੇਗਾ, ਛੋਟੇ ਵਪਾਰੀਆਂ ਨੂੰ ਵੀ ਕਰੇਗਾ। ਸੋ ਇਸ ਕਰਕੇ ਜਿਸ ਲੈਵਲ 'ਤੇ ਇਹਦਾ ਵਿਰੋਧ ਹੋ ਰਿਹਾ, ਉਹਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੂੰ ਖੁਦ ਚਾਹੀਦਾ ਕਿ ਉਹ ਇਹਨੂੰ ਵਾਪਸ ਲੈ, ਔਰ ਜਿਹੜਾ ਹੈ ਇਹਦੇ ਤਰੁੱਟੀਆਂ ਨੇ ਉਹਨਾਂ ਨੂੰ ਦੂਰ ਕਰੇ। ਇੱਕ ਲਾਈਨ ਜਿਹੜੀ ਉਹ ਪਹਿਲੇ ਮੰਗ ਰਹੇ ਨੇ ਸਾਰੇ ਕਿਸਾਨ, ਇਹ ਕੀ ਇਹਨਾਂ ਨੂੰ ਹਿੱਚੇ ਵੀ MSP ਦਾ ਕਰੌਲਾ ਹੈ ਵਿੱਚ ਇਹਦਾ। ਇਹ ਕਹੀ ਜਾਂਦੇ ਨੇ ਹਾਂਜੀ ਉਹਦੇ ਵਿੱਚ ਲਿਖਿਆ ਹੋਇਆ MSP ਰਹੇਗੀ, ਇਹਦੇ ਨਾਲ ਇਹ ਕਿਉਂ ਨਹੀਂ ਕਹਿੰਦੇ ਵੀ MSP ਦੀ ਗਰੰਟੀ ਹੋਏਗੀ। ਇਹ ਗੱਲ ਸਾਰੀ ਇਹਨਾਂ ਦੀ ਬਦਨੀਤੀ ਜਿਹੜੀ ਹੈਗੀ ਇਹ ਇੱਕ ਲਾਈਨ 'ਚ ਪੂਰੀ ਪਤਾ ਲੱਗ ਜਾਂਦੀ ਵੀ ਤੁਸੀਂ ਰੱਖੀ MSP। ਤੁਹਾਨੂੰ ਕੀ ਇਤਰਾਜ਼ ਹੈ ਜੇ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ 'ਚ ਕਰਦਾ, ਕਿਸਾਨਾਂ ਦੀ ਗੱਲ, ਉੱਥੇ ਲਿਖੋ ਵੀ MSP ਦੀ ਗਰੰਟੀ ਹੋਏਗੀ। ਇਹਦੇ ਨਾਲ ਅੱਧਾ ਗੁੱਸਾ ਸ਼ਾਂਤ ਹੋ ਜਾਂਦਾ। ਬਾਕੀ ਮਤਾਂ ਹੋਰਾਂ 'ਤੇ ਵੀ ਕੀਤਾ ਜਾ ਸਕਦਾ, ਪਰ ਵੱਡੀ ਗੱਲ ਇਹ ਹੈਗੀ ਵੀ MSP ਖਤਮ ਕੀਤਾ ਜਾ ਰਿਹਾ, ਔਰ ਕਿਸਾਨਾਂ ਨੂੰ ਕਾਰਪੋਰੇਟਰ ਦੇ ਰਮੋ ਕਰਨ ਛੱਡਣਗੇ, ਉਹ ਆਪਣੀ ਮਨਮਰਜ਼ੀ ਤੇ ਪਾਤ ਖਰੀਦਣ। ਇੱਕ ਚੀਜ਼ ਇਹ ਵੀ ਹੈਗੀ ਆ ਕਿ ਆੜ੍ਹਤੀਆਂ ਨੂੰ ਕਿਸਾਨਾਂ ਦਾ ATM ਕਿਹਾ ਜਾਂਦਾ ਹੈ ਕਿ ਜਦੋਂ ਵੀ ਉਹਨਾਂ ਨੂੰ ਲੋੜ ਹੁੰਦੀ ਸੀ ਪੈਸਿਆਂ ਦੀ, ਉਹ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਲੈਂਦੇ ਸੀਗੇ। ਕਿਸੇ ਦੇ ਵਿਆਹ ਹੁੰਦਾ ਸੀ ਜਾਂ ਸਕੂਲ 'ਚ ਕੋਈ ਖਰਚਾ ਹੁੰਦਾ ਸੀ ਬੱਚੇ ਦਾ, ਹੋਰ ਵੀ ਕਈ ਲੋੜਾਂ ਹੁੰਦੀਆਂ ਨੇ ਕਿਸਾਨਾਂ ਦੀਆਂ, ਅਤੇ ਉਹ ਉਹਦੇ ਕੋਲੋਂ ਲੈ ਕੇ ਪੂਰਾ ਕਰ ਲੈਂਦੇ ਸੀਗੇ। ਪਰ ਹੁਣ ਜਦੋਂ ਇਹ ਲਾਗੂ ਹੋ ਜਾਏਗਾ, ਉਹਦੇ ਨਾਲ ਕਾਲਾ ਬਾਜ਼ਾਰੀ ਵੀ ਹੋਏਗੀ, ਸਟੋਰੇਜ ਕਰਕੇ ਰੱਖਿਆ ਜਾਏਗਾ, ਉਹਦੇ ਨਾਲ ਬਾਅਦ 'ਚੋਂ ਵੱਧ ਰੇਟ ਦੇ ਉੱਤੇ ਵੇਚਿਆ ਜਾਏਗਾ, ਸਸਤੇ ਰੇਟ ਦੇ ਉੱਤੇ ਲੈ ਕੇ ਬਾਅਦ 'ਚੋਂ ਵੱਧ ਰੇਟ ਦੇ ਉੱਤੇ ਵੇਚਿਆ ਜਾਏਗਾ। ਇਹੋ ਜਿਹਾ ਹੋਵੇਗਾ। ਇਸੇ ਚੀਜ਼ ਨੂੰ ਦੇਖਦੇ ਹੋਏ ਲੋਕ ਜ਼ਿਆਦਾ ਇਸ ਧਰਨਾ ਮੁਜ਼ਾਹਰਾ ਕਰ ਰਹੇ ਨੇ। ਦੇਖੋ ਕੁਦਰਤੀ ਹੋਏਗਾ ਸਾਰਾ ਕੁਛ। ਜਦੋਂ ਉਹਨਾਂ ਨੇ ਇਹਦਾ ਇੱਕ ਹੋਰ ਪਹਿਲੂ ਇਹਦੇ ਵਿੱਚ ਰੱਖਿਆ ਹੋਇਆ ਨਾਲ ਵੀ, ਉਹ ਜਿਹੜੇ ਵੱਡੇ ਵਪਾਰੀਆਂ ਨੂੰ ਇਹਨਾਂ ਇਜਾਜ਼ਤ ਨੂੰ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਜਿੰਨਾ ਮਰਜ਼ੀ ਸਟਾਕ ਕਰੋ। ਹੁਣ ਕਿਸਾਨ ਆਪਣੀ ਫਸਲ ਦਾ ਆਪਣੇ ਘਰ 'ਚ ਕਿਵੇਂ ਸਟਾਕ ਕਰ ਲਏਗਾ? ਉਹਨੇ ਆਪਣੀ ਲੋੜਾਂ ਪੂਰੀਆਂ ਕਰਨੀਆਂ ਨੇ। ਇਹ ਇੱਕ ਸਿਸਟਮ ਚੱਲ ਰਿਹਾ ਸੀ। ਚਲੋ ਪਹਿਲਾਂ ਇਕੱਲੇ ਆੜ੍ਹਤੀਆਂ ਦੇ ਸਿਰ 'ਤੇ ਹੁੰਦਾ ਸੀ, ਹੁਣ ਕੋਆਪਰੇਟਿਵ ਬੈਂਕ ਨੇ, ਕੋਆਪਰੇਟਿਵ ਸੁਸਾਇਟੀਆਂ ਨੇ, ਦੂਜੇ ਬੈਂਕ ਨੇ, ਉਹਨਾਂ ਤੋਂ ਵੀ ਕਰਜ਼ਾ ਲਿਆ ਹੁੰਦਾ ਜਿਹੜਾ ਫਸਲ ਆਉਣ ਦੇ ਉੱਤੇ ਵਾਪਸ ਕੀਤਾ ਜਾਂਦਾ। ਜਿਹੜੀਆਂ ਜ਼ਿੰਦਗੀ ਨੇ ਇਕੱਲੇ ਕਿਸਾਨ ਨੇ, ਆਮ ਲੋਕਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਰੋਜ਼ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਚਾਹੀਦਾ। ਬਿਮਾਰੀ ਲਈ ਚਾਹੀਦਾ, ਬੱਚਿਆਂ ਦੀ ਪੜ੍ਹਾਈ ਲਈ ਚਾਹੀਦਾ, ਵਿਆਹ ਸ਼ਾਦੀਆਂ ਲਈ ਚਾਹੀਦਾ, ਬੜਾ ਕੁਛ ਹੈ। ਕਿਸਾਨੀ ਜਿਹੜੀ ਹੈ ਉਹ ਇਕੱਲਾ ਉਹਦੇ 'ਤੇ ਜ਼ਮੀਨ ਦਾ ਮਾਲਕ ਕਿਸਾਨ ਹੀ ਨਿਰਭਰ ਨਹੀਂ, ਉਹ 'ਤੇ ਖੇਤ ਮਜ਼ਦੂਰ ਵੀ ਨਿਰਭਰ ਹੈ, ਉਹਦੇ ਉੱਤੇ ਛੋਟਾ ਵਪਾਰੀ ਵੀ ਨਿਰਭਰ ਹੈ। ਬਹੁਤ ਲੋਕ ਨੇ ਜਿਹੜੇ ਗਲੀਆਂ ਦੇ ਵਿੱਚ, ਸ਼ਹਿਰਾਂ 'ਚ ਸਬਜ਼ੀਆਂ ਵੇਚਦੇ ਨੇ, ਉਹ ਵੀ ਉਹਨਾਂ 'ਤੇ ਨਿਰਭਰ ਨੇ। ਇੱਕ ਸਿਸਟਮ ਹੈ ਸਾਰਾ ਜਿਹੜਾ ਕਿਸਾਨੀ ਸੈਕਟਰ ਦੇ ਨਾਲ ਜੁੜਿਆ ਹੋਇਆ। ਇਹ ਸਾਰੇ ਜੇ ਕਿਸਾਨ ਕੋਲ ਹੀ ਪੈਸਾ ਨਹੀਂ, ਤੁਸੀਂ ਉਹਦੀ ਫਸਲ ਦੇ ਉੱਤੇ ਜਿਹੜਾ ਨਵਾਂ ਬਿੱਲ ਹੈ ਕਾਰਪੋਰੇਟ, ਉਹ ਇੱਕ ਡਾਕਾ ਹੈਗਾ ਵੀ ਸਾਰਾ ਉਹ ਖਰੀਦਣਗੇ, ਆਪਣੇ ਕੋਲ ਸਟਾਕ ਕਰ ਲੈਣਗੇ, ਉਹਨੂੰ ਖੁੱਲ੍ਹ ਦਿੱਤੀ। ਫਿਰ ਉਹ ਆਪਣੀ ਮਨਮਰਜ਼ੀ ਕਿਵੇਂ ਨਾ ਕਰਨਗੇ। ਇਹ ਪਹਿਲਾਂ ਇਤਿਹਾਸ 'ਚ ਹੁੰਦਾ ਆ।
ਅਸੀਂ ਦੇਖਦੇ ਰਹੇ ਹਾਂ ਵੀ ਜਦੋਂ ਇਹ ਖੁੱਲ੍ਹ ਸੀ, ਕਦੀ ਮਾਰਕੀਟ ਦੇ ਵਿੱਚੋਂ ਤਿਲਾਂ ਦੀ ਡੱਬੀ, ਛੋਟੀ ਜਿਹੀ ਚੀਜ਼ ਜਿਹੜੀ ਰੋਜ਼ ਕੰਮ ਆਉਂਦੀ ਘਰਾਂ 'ਚ, ਉਹ ਗਾਇਬ ਹੋ ਜਾਂਦੀ ਸੀ। ਔਰ ਵੱਡੇ ਸਟਾਕਸ ਜਿਹੜੇ ਸੀ ਕਰ ਲੈਂਦੇ ਸੀ, ਉਹ ਥੁੜ ਪੂਰੀ ਕਰਕੇ ਫਿਰ ਮਨਮਰਜ਼ੀ ਦੇ ਭਾਅ ਵੇਚਦੇ ਸੀ। ਇੱਕ ਸਾਬਣ ਦੀ ਟਿੱਕੀ ਜਿਹੜੀ ਰੋਜ਼ ਤੁਹਾਨੂੰ ਲੋੜ ਘਰ ਦੇ ਵਿੱਚ, ਉਹ ਸਾਰੇ ਮਾਰਕੀਟ 'ਚੋਂ ਗਾਇਬ ਕਰ ਲੈਣੀ, ਸਟਾਕ ਕਰ ਲੈਣਾ, ਮੁੜ ਕੇ ਆਪਣੀ ਮਨਮਰਜ਼ੀ ਤੇ ਕਾਲਾ ਬਾਜ਼ਾਰੀ 'ਚ ਵੇਚਣੀ। ਇਹ ਹੁਣ ਸਿਲਸਿਲਾ ਫਿਰ ਸ਼ੁਰੂ ਹੋ ਜਾਏਗਾ ਜਦੋਂ ਇਹਨਾਂ ਨੂੰ ਖੁੱਲ੍ਹ ਮਿਲ ਜਾਏਗੀ ਵੀ ਤੁਹਾਡੇ 'ਤੇ ਕਿਸੇ ਚੀਜ਼ ਨੂੰ ਸਟਾਕ ਕਰਨ ਦੀ ਕੋਈ ਲਿਮਿਟ ਨਹੀਂ, ਚਾਹੇ ਉਹ ਖਾਣ ਪੀਣ ਦੀਆਂ ਵਸਤਾਂ ਨੇ, ਚਾਹੇ ਕੋਈ ਰੋਜ਼ਮਰਾ ਜ਼ਿੰਦਗੀ 'ਚ ਵਰਤੋਂ ਵਾਲੀਆਂ ਚੀਜ਼ਾਂ ਨੇ। ਇਹ ਇਜਾਰੇਦਾਰ ਅੱਗੇ ਕਰਦੇ ਰਹੇ ਨੇ, ਇਹ ਇਸ ਬਿੱਲ ਤੋਂ ਬਾਅਦ ਇਹ ਫੇਰ ਕਰਨਗੇ। ਇਹ ਮੰਡੀ ਸਿਸਟਮ ਜਿਹੜਾ ਸਾਡਾ ਬੜਾ ਵਧੀਆ ਚੱਲ ਰਿਹਾ ਕਿਸਾਨਾਂ ਦਾ, ਸਰਕਾਰੀ ਖਰੀਦ ਹੁੰਦੀ, MSP ਦੀ ਗਰੰਟੀ ਹੈ, ਉਹਨੂੰ ਖਤਮ ਕਰ ਦੇਗਾ ਸਾਰਾ। ਭਾਵੇਂ 1 ਸਾਲ 2 ਸਾਲ ਇਹ ਕਿਸਾਨਾਂ ਨੂੰ ਲਵਾਉਣ ਲਈ MSP ਦੇ ਵੱਧ ਭਾਅ ਦੇ ਕੇ ਆਪਣੇ ਨਾਲ ਖਿੱਚਣਗੇ, ਮੰਡੀ ਸਿਸਟਮ ਨੂੰ ਖਤਮ ਕਰਨਗੇ। ਹੁਣ ਤੁਹਾਡੇ ਸਾਹਮਣੇ ਹੀ ਹੈ ਸਰਕਾਰ ਦੀ ਬਦਨੀਤੀ ਵੀ ਤੁਸੀਂ ਦੇਖੋ ਜੀ, ਅਸੀਂ ਜਿਹੜੇ ਵਪਾਰੀ ਖਰੀਦਣਗੇ ਜਿਹੜੇ ਪ੍ਰਾਈਵੇਟ ਯਾਰ, ਉਹਨਾਂ ਨੂੰ ਮੰਡੀ ਫੀਸ ਦੇਣ ਦੀ ਲੋੜ ਨਹੀਂ, ਸਰਕਾਰੀ ਖਰੀਦ ਵੇਲੇ ਤੁਹਾਨੂੰ ਮੰਡੀ ਦੀ ਫੀਸ ਦੇਣੀ ਪੈਣੀ ਹੈ। ਅਤੇ ਕੁਦਰਤੀ ਜਿਹੜੀ 100-150 ਰੁਪਈਆ ਫੀਸ, ਉਹ ਜ਼ਿਮੀਂਦਾਰ ਸੋਚੇਗਾ ਵੀ ਮੈਂ ਮੰਡੀ 'ਚ ਨਹੀਂ ਜਾਂਦਾ, ਮੇਰੀ ਬਚਦੀ ਇੱਥੇ ਦਿਨ, ਉਹ ਪਹਿਲੇ 1-2 ਸਾਲ 50 ਰੁਪਏ ਹੋਰ ਵੱਧ ਵੀ ਦੇ ਦੇਣਗੇ। ਜਦੋਂ ਮੰਡੀਆਂ ਦਾ ਸਾਰਾ ਫੀਸ ਹੀ ਨਹੀਂ ਆਉਣੀ, ਉੱਥੇ ਉਹਨਾਂ ਕੋਲ ਕੋਈ ਇਨਕਮ ਨਹੀਂ ਹੋਣੀ, ਉੱਥੇ ਕਿਸੇ ਨੇ ਲਿਆਉਣਾ ਹੀ ਨਹੀਂ, ਤਾਂ 1-2 ਸਾਲਾਂ 'ਚ ਫੇਲ ਹੋ ਜਾਏਗਾ। 1-2 ਸਾਲ ਆਪਣੇ ਕੋਲ ਤੱਕ ਸਾਰਾ ਵੀ ਚੱਲ ਲੈਣਗੇ, ਪਰ ਅੱਗੇ ਤੋਂ ਬਾਅਦ ਖੁਦ ਜਦੋਂ ਇਹ ਸਾਰਾ ਮੰਡੀਕਰਨ ਸਿਸਟਮ ਸਾਡਾ ਜਿਹੜਾ ਹੁਣ ਮੌਜੂਦਾ, ਇਹ ਸਾਰਾ ਖਤਮ ਹੋ ਜਾਏਗਾ ਔਰ ਇਹ ਇਹਨਾਂ ਨੂੰ ਫਿਰ ਖੁੱਲ੍ਹ ਖੇਡ ਮਿਲ ਜਾਏਗੀ। ਇਹ ਇਹਨਾਂ ਦਾ ਸਾਰੀ ਪਲੈਨਿੰਗ। ਕਿਸਾਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਵੀ, BJP ਸਰਕਾਰ ਨੇ ਵੀ ਕਿਸਾਨਾਂ ਦਾ ਇਲੈਕਸ਼ਨਾਂ ਟਾਈਮ ਬਹੁਤ ਜ਼ਿਆਦਾ ਯੂਜ਼ ਕੀਤਾ। ਹੁਣ ਅਸੀਂ ਆਪਣਾ ਜੋ ਹੈ ਸਰਕਾਰ ਵੀ ਬਦਲ ਕੇ ਰੱਖਾਂਗੇ ਜੇ ਇਹ ਐਕਟ ਜੋ ਵਾਪਸ ਨਹੀਂ ਲੈਂਦੀ। ਦੇਖੋ, ਹਿੰਦੁਸਤਾਨ ਜਿਹੜਾ ਹੈ, ਇਹਦੇ ਵਿੱਚ ਜਿਹੜੀ ਮੈਜੋਰਿਟੀ ਹੈ ਉਹ ਕਿਸਾਨੀ ਦੀ, ਛੋਟੀ ਕਿਸਾਨੀ ਦੇ ਨਾਲ ਜੁੜੇ ਆ ਲੋਕਾਂ ਦੀ ਹੈ। ਇਹ ਜਿਹੜੇ ਵੋਟਾਂ ਦਾ ਸਿਲਸਿਲਾ ਹੈ ਨਾ, ਸਿਲਸਿਲਾ ਬੜੀਆਂ ਸਕੀਮਾਂ ਹੁੰਦੀਆਂ ਨੇ, ਉਹਨਾਂ ਵਿੱਚੋਂ ਲਾਗੂ ਕਿੰਨੀਆਂ ਕੁ ਹੁੰਦੀਆਂ ਨੇ। ਦੇਖੋ, ਇਹ ਹਮੇਸ਼ਾ ਲੜ ਕੇ ਸੰਘਰਸ਼ ਕਰਕੇ ਹੀ ਹੁੰਦੇ। ਹੁਣ ਜਿਹੜਾ MSP ਲਿਆ, ਜਾਂ ਜਦੋਂ ਪਹਿਲਾਂ ਸਾਰਾ ਜਿਹੜਾ ਮੰਡੀ ਦੇ ਵਿੱਚ ਕਿਸਾਨ ਜਿਹੜਾ ਸੀ ਉਹ ਆੜ੍ਹਤੀਆਂ 'ਤੇ ਨਿਰਭਰ ਕਰਦਾ ਸੀ, ਇਕੱਲਿਆਂ 'ਤੇ, ਉਹਨਾਂ ਦੀ ਮਨਮਰਜ਼ੀ ਸੀ, ਉਹਨੂੰ ਖਤਮ ਕੀਤਾ ਅਤੇ ਘੱਟੋ ਘੱਟ ਜਿਹੜੀ ਪ੍ਰਾਈਸ ਮੁੱਲ ਨਿਰਧਾਰਿਤ ਕੀਤੀ ਸੀ, ਇਹ ਵੀ ਐਜੀਟੇਸ਼ਨ ਕਰਕੇ ਲਈ ਸੀ। ਜਿਹੜਾ ਸਟਾਕ ਕਰਨ ਦੀ ਇੱਕ ਲਿਮਿਟ ਕੀਤੀ ਸੀ, ਉਹ ਸਾਰੀਆਂ ਗੱਲਾਂ ਜਿਹੜੀਆਂ ਪ੍ਰਾਪਤੀਆਂ ਸੰਘਰਸ਼ਾਂ ਕਰਕੇ ਹੋਈਆਂ ਨੇ। ਸਰਕਾਰ ਨੇ ਆਪਣੇ ਤੌਰ 'ਤੇ, ਕੋਈ ਵੀ ਸੀ ਉਦੋਂ, ਕਿਹੜਾ ਕਿਸਾਨ ਸੰਘਰਸ਼ ਨਹੀਂ ਸੀ ਜਦੋਂ ਕਾਂਗਰਸੀ ਸਰਕਾਰ ਸੀ। ਦੇਖੋ, ਅੱਜ ਵੀ ਜਿਹੜੀ ਮੈਂ ਗੱਲ ਪਹਿਲਾਂ ਦੱਸ ਕੇ ਹਟਿਆ ਵੀ ਇਸ ਵੇਲੇ ਵੀ ਕੈਪਟਨ ਦੀ ਸਰਕਾਰ ਕਾਂਗਰਸ ਦੀ ਪੰਜਾਬ ਦੇ ਵਿੱਚ ਹੈਗੀ, ਪਰ ਮਾਲਵੇ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਨਰਮੇ ਦਾ ਘੱਟੋ ਘੱਟ ਪ੍ਰਾਈਸ ਹੈਗਾ 5700 ਦੀ ਥਾਂ ਦੇ ਉੱਤੇ ਉਹਨਾਂ ਨੂੰ 4500 4,000 ਦਿੱਤਾ ਜਾ ਰਿਹਾ। ਲੁੱਟ ਦੇ ਸਾਹਮਣੇ ਦਿਸਦੀ ਪਈ। ਸੋ ਇਹ ਜਦੋਂ ਕਾਨੂੰਨ ਬਣ ਜਾਊਗਾ, ਜੇ ਹੁਣ ਇਹ ਹਾਲਾਤ ਹੈਗੇ, ਤੇ ਇਹ ਤੋਂ ਬਾਅਦ ਜਦੋਂ ਇਹੋ ਜਿਹਾ ਕੋਈ ਡਰ ਹੀ ਨਹੀਂ, ਵੀ ਕੋਈ ਗਰੰਟੀ ਨਹੀਂ MSP ਦੀ, ਤੇ ਫਿਰ ਵੀ ਉਹ ਆਪਣੀ ਮਰਜ਼ੀ ਨਾਲ ਕਿਉਂ ਨਾ ਕਰਨਗੇ। ਛੋਟਾ ਕਿਸਾਨ ਖਾਸ ਕਰਕੇ ਇਹਦਾ ਸ਼ਿਕਾਰ ਬਣੇਗਾ, ਵੱਡੇ ਵੀ ਬਣਨਗੇ। ਮੰਡੀਆਂ ਦੇ ਵਿੱਚ ਵੱਡੀ ਗਿਣਤੀ ਲੇਬਰ ਦੀ ਹੈ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ, ਚਾਹੇ ਉਹ ਬੋਲ ਸਾਫ਼ ਕਰਦੇ ਨੇ, ਚਾਹੇ ਉਹ ਵਿੱਚੋਂ ਕਣਕ ਨੂੰ ਉਡਾਉਂਦੇ ਨੇ, ਬੋਰੀਆਂ ਭਰਦੇ ਨੇ, ਪੱਲੇਦਾਰ ਆਪਣੀਆਂ ਪਿੱਠਾਂ 'ਤੇ ਲੱਦਦੇ ਨੇ, ਉਹ ਖਤਮ ਹੋ ਜਾਣਗੇ। ਇਹਦੇ ਨਾਲ ਇੱਕ ਟਰਾਂਸਪੋਰਟਰ ਦਾ ਧੰਦਾ ਜੁੜਿਆ ਹੋਇਆ ਵੀ ਜਿਹੜੇ ਉੱਥੋਂ ਫਿਰ ਮਾਲ ਚੁੱਕ ਕੇ ਗਡਾਊਨਾਂ ਤੱਕ ਪਹੁੰਚਾਉਂਦੇ ਨੇ, ਉਹ ਖਤਮ ਹੋ ਜਾਣਗੇ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ, ਇੱਕ ਵੱਡਾ ਸੈਕਸ਼ਨ ਹੋਰ ਬੇਰੁਜ਼ਗਾਰ ਹੋ ਜਾਏਗਾ। ਬਿਲਕੁਲ ਦੇਖੋ, ਸਾਰੀਆਂ ਇੱਕ ਨਹੀਂ, ਹਰ ਇੱਕ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਹੁਣ ਅਖੀਰ 'ਤੇ ਹੈ, ਇਹ ਕਿਰਪਾ ਕਰਕੇ ਰਹਿਮ ਕਰੋ ਕਿਸਾਨਾਂ 'ਤੇ, ਅਤੇ ਇਹ ਬਿੱਲ ਨੂੰ ਕਾਨੂੰਨ ਨਾ ਬਣਾਓ, ਇਹਨੂੰ ਮੁੜ ਕੇ ਪਾਰਲੀਮੈਂਟ 'ਚ ਭੇਜੋ ਤਾਂ ਕਿ ਇਹਦੇ ਵਿੱਚ ਕਮੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ। ਸੋ ਇਸ ਬਿੱਲ ਦੇ ਉੱਤੇ ਸਿਰਫ ਰਾਸ਼ਟਰਪਤੀ ਜੀ ਦੇ ਸਾਈਨ ਹੋਣੇ ਬਾਕੀ ਆ। ਰਾਸ਼ਟਰਪਤੀ ਜੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਬਿੱਲ ਪਾਸ ਕਰਨ ਤੋਂ ਪਹਿਲੇ ਕਿਸਾਨਾਂ ਦੇ ਮਨਾਂ ਦੇ ਵਿੱਚ ਜੋ ਡਰ ਹੈ, ਪਹਿਲੇ ਉਸ ਨੂੰ ਪੂਰਾ ਕਰਨਾ ਚਾਹੀਦਾ, ਉਹਦੇ ਬਾਅਦ ਹੀ ਇਹਦੇ ਉੱਤੇ ਸਾਈਨ ਕਰਨੇ ਚਾਹੀਦੇ ਆ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜੋ ਆਪਣੇ ਖੇਤਾਂ ਵਿੱਚ ਕੰਮ ਕਰਨਗੇ ਕਿ ਇੱਦਾਂ ਹੀ ਸੜਕਾਂ ਦੇ ਉੱਤੇ ਜੋ ਧਰਨੇ ਪ੍ਰਦਰਸ਼ਨ ਕਰਨਗੇ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਅੱਜ ਤੱਕ ਲੱਖਾਂ ਲੋਕਾਂ ਦੇ ਉਜੜੇ ਘਰਾਂ ਨੂੰ ਵਸਾਉਣ ਵਾਲੇ ਸਵਾਮੀ ਕ੍ਰਿਸ਼ਨਾ ਜੀ ਦਾ ਖੁੱਲਾ ਚੈਲੰਜ, ਜਿਨ੍ਹਾਂ ਵੱਲੋਂ ਹਰ ਇੱਕ ਸਮੱਸਿਆ ਦਾ ਸਮਾਧਾਨ 100% ਗਰੰਟੀ ਨਾਲ ਕੀਤਾ ਜਾਂਦਾ ਹੈ, ਭਾਵੇਂ ਸਟਾਂਪ ਪੇਪਰ ਤੇ ਲਿਖ ਕੇ ਲਓ। ਜਿਵੇਂ ਲਵ ਮੈਰਿਜ, ਵਸ਼ੀਕਰਨ, ਬਲੈਕ ਮੈਜਿਕ, ਪਤੀ ਪਤਨੀ ਵਿੱਚ ਅਣਬਣ, ਸੰਤਾਨ ਨਾ ਹੋਣਾ ਜਾਂ ਸੰਤਾਨ ਦਾ ਕਹਿਣੇ ਤੋਂ ਬਾਹਰ ਹੋਣਾ, ਨਸ਼ਾ ਮੁਕਤੀ ਕੀਤਾ ਕਰਾਇਆ, ਲੋਟਰੀ ਨੰਬਰ, ਮਨਚਾਇਆ ਪਿਆਰ,
ਕਰਜ਼ਾ ਮੁਕਤੀ, ਪੀਆਰ ਦੀ ਸਮੱਸਿਆ, ਵਿਦੇਸ਼ ਵਿੱਚ ਕੰਮ ਨਾ ਮਿਲਣਾ, ਗੱਡਿਆ ਧਨ, ਵਿਦੇਸ਼ਾਂ ਵਿੱਚ ਮਕਾਨ ਖਰੀਦਣ ਜਾਂ ਵੇਚਣ ਵਿੱਚ ਰੁਕਾਵਟ ਤੱਕ ਬਰਾਉਣਾ। ਆਪ ਜੀ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਸਥਾਈ ਇਲਮਾਂ ਦੀ ਸ਼ਕਤੀ ਦੀ ਸਿੱਧੀ ਨਾਲ ਕਰਾਂਗੇ ਤੁਰੰਤ ਸਮਾਧਾਨ। ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਹੁਣੇ ਕਾਲ ਕਰੋ 70877 73787।